बिस्मिल्लाहिर्रहमानिर्रहीम अस्सलाम वालेकुम। तुसी देख रहे हो औकात टीवी। मैं तुहाडा मेज़बान अब्दुल जब्बार अंसारी। देखो जी, दुनिया दे विच मुख्तलिफ किस्म दे लोग मुख्तलिफ काम करते हैं और हर बंदा अपने अपने काम दा माहिर अपने आप को कहता है और कुछ अपनी फील्ड दे होंदे ने लेकिन अपने काम नाल मुखलिस नहीं होंदे। अज असी तुहाडी मुलाकात एक सीलिंग दा काम जिहड़ा छत्तां दे उत्ते कीता जांदा है उस दे माहिर फैसलाबाद तो साडे मेहमान आए ने। अज तुहाडी मुलाकात करवाने जनाब मुहम्मद तलहा अंसारी। अस्सलाम वालेकुम। वालेकुम सलाम। तलहा की हाल है जी? अलहमदुलिल्लाह, पाका शुक्र है। तलहा भाई बहुत बहुत शुक्रिया तुसी सानू औकात टीवी नू टाइम दिता अपने काम दे बारे च। अच्छा ये दसो तलहा, तुसी जदों काम दा आगाज़ करते हो सब तो पहले किहड़ा तुसी काम करते हो? सब तो पहले तो समान हुंदा जिहड़ा वो पूरा करना हुंदा जी बिल्कुल। समान पूरा करन तो बाद फिर असी ना अपने औजार चैक करने होंदे आ। औजार चैक करने भी कोई औजार कम ते नहीं। औजार चैक करने, औजार जे पूरे आ समान पूरा वा ते फिर काम स्टार्ट करते हैं असी। औजार तुहाडे जिहड़े ने वो तकरीबन किन्ने क दे आ जांदे ने? औजार ਜਿਹੜਾ ਨਾ ਅਸੀਂ ਸਮਾਨ ਜਦੋਂ ਲੈਣ ਜਾਈਦਾ ਨਾ ਜੋ ਪਹਿਲੇ ਸਾਡਾ ਕੰਮ ਸਟਾਰਟ ਹੋਇਆ ਹੁੰਦਾ ਨਾ ਜਦੋਂ ਉਹ ਖਤਮ ਹੁੰਦਾ ਨਾ ਅਗਲੀ ਦਫਾ ਔਜ਼ਾਰ ਲੈਣ ਜਾਈਏ ਕੋਈ ਚੀਜ਼ ਲੈਣ ਜਾਈਏ ਰੇਟ ਉਹਦਾ ਮੁxtਲਿਫ ਹੋ ਜਾਂਦਾ, ਵਧਿਆ ਹੁੰਦਾ ਘਟਿਆ ਹੁੰਦਾ, ਇਸ ਤਰ੍ਹਾਂ ਹੋ ਜਾਂਦਾ। ਅੱਛਾ ਅੱਛਾ, ਮਤਲਬ ਆਏ ਦਿਨ ਹਾਂਜੀ ਆਏ ਦਿਨ ਜਿਵੇਂ ਬਾਕੀ ਚੀਜ਼ਾਂ ਦੀਆਂ ਕੀਮਤਾਂ ਉੱਤੇ ਥੱਲੇ ਹੁੰਦੀਆਂ ਰਹਿੰਦੀਆਂ ਨੇ ਇਹਦੀ ਵੀ ਕੀਮਤ ਥੱਲੇ ਹੁੰਦੀ ਰਹਿੰਦੀ ਹੈ। ਹਾਂਜੀ ਅੱਛਾ, ਲੋਕਾਂ ਨੇ ਇੱਕ ਬਹਾਨਾ ਫੜਿਆ ਹੋਇਆ ਤਬਦੀਲੀ ਦਾ। ਪਿੱਛੋਂ ਹੋਵੇ ਤਬਦੀਲੀ ਹੁੰਦੀ ਜਾਂ ਨਹੀਂ ਹੁੰਦੀ, ਲੇਕਿਨ ਦੁਕਾਨਦਾਰ ਨੇ ਇੱਕ ਨਾ ਲਿਫਾਫੇ ਫੜੇ ਹੋਏ ਆ ਤਬਦੀਲੀ ਤੇ ਉਹ ਸਾਡੀ ਮਜਬੂਰੀ ਆ, ਅਸੀਂ ਕੰਮ ਕਰਨਾ ਹੋਵੇ ਕਿਤੇ ਸਟਾਰਟ ਕੀਤਾ ਹੋਵੇ ਕੰਮ, ਅਸੀਂ ਐਡਵਾਂਸ ਫੜਿਆ ਹੁੰਦਾ ਉੱਥੋਂ ਫਿਰ ਅਸੀਂ ਉਹ ਕੰਮ। ਅੱਛਾ, ਐਡਵਾਂਸ ਕਿਉਂ ਫੜਦੇ ਹੋ ਜੀ ਤੁਸੀਂ? ਐਡਵਾਂਸ ਇਸ ਕਰਕੇ ਫੜਦੇ ਆ, ਜਿਹੜੀ ਸਾਡਾ ਸਮਾਨ ਹੁੰਦਾ ਸੀਲਿੰਗ ਦਾ ਉਹ ਜਦੋਂ ਅਗਲੇ ਦੇ ਘਰ ਅਸੀਂ ਲੈ ਕੇ ਜਾਂਦੇ ਆ ਨਾ ਉਹਦਾ ਟੁੱਟਣ ਦਾ ਖਤਰਾ ਹੁੰਦਾ। ਸਮਾਨ ਅਸੀਂ 2 ਦਿਨ ਪਹਿਲੇ ਸਿੱਟ ਦੇਈਦਾ। ਅੱਛਾ, ਸਮਾਨ ਤੁਹਾਡਾ ਆਪਣਾ ਹੁੰਦਾ ਹੈ ਜਾਂ ਸਮਾਨ ਮਾਲਿਕ ਦਾ ਹੁੰਦਾ ਹੈ? ਸਮਾਨ ਆਪਣਾ ਹੀ ਹੁੰਦਾ ਹੈ। ਅੱਛਾ, ਜਿਹੜੀ ਸੀਲਿੰਗ ਹੈ ਨਾ ਉਹ ਸਲੇਟ ਹੁੰਦੀ ਹੈ, ਉਹ ਬੱਚੇ ਤੋੜ ਦਿੰਦੇ ਆ ਤੇ ਜਿਹੜੇ ਇੱਕ ਫੈਕਟਰੀ 'ਚ ਕੰਮ ਕਰਦਾ ਹੋਵੇ ਨਾ ਬੰਦਾ ਉੱਥੇ ਤੇ ਵਰਕਰ ਹੁੰਦੇ ਆ, ਵਰਕਰ ਆਪ ਸੰਭਾਲ ਲੈਂਦੇ ਆ। ਹਰ ਘਰ ਦੇ ਹਰ ਫਰਦ ਇੱਕ ਜੈਸੇ ਨਹੀਂ ਹੁੰਦੇ, ਕੋਈ ਸ਼ਰਾਰਤੀ ਬੱਚੇ ਹੁੰਦੇ ਆ, ਇਸ ਕਰਕੇ ਅਸੀਂ ਨਾ ਐਡਵਾਂਸ। ਬੱਚੇ ਅਕਸਰ ਹੀ ਸ਼ਰਾਰਤੀ ਹੁੰਦੇ ਨੇ। ਨਾਲੇ ਜਿਹੜਾ ਠੇਕੇ ਤੇ ਕੰਮ ਹੁੰਦਾ ਨਾ ਉਹਦਾ ਐਡਵਾਂਸ ਪਹਿਲੇ ਹੁੰਦਾ, ਜਿਹੜੀ ਦਿਹਾੜੀ। ਅੱਛਾ, ਕਿਸ ਕਿਸਮ ਦਾ? ਇੱਕ ਠੇਕੇ ਵਾਲਾ ਹੁੰਦਾ ਹੈ ਔਰ ਦੂਸਰਾ ਦਿਹਾੜੀ ਦਾ ਹੁੰਦਾ। ਅੱਛਾ ਅੱਛਾ ਅੱਛਾ, ਤੇ ਸਾਡੇ ਕੰਮ 'ਚ ਦਿਹਾੜੀ ਨਹੀਂ ਚੱਲਦੀ। ਅੱਛਾ, ਦਿਹਾੜੀ ਸਿਰਫ ਹੈਲਪਰ ਦੀ ਹੁੰਦੀ ਆ ਤੇ ਜਿਹੜਾ ਠੇਕਾ ਸਾਡੇ ਕੰਮ 'ਚ ਕਾਰੀਗਰ ਦਾ ਵੀ ਠੇਕਾ ਹੀ ਹੁੰਦਾ ਕਿਉਂਕਿ ਇਹ ਸਮਾਨ ਜਿਹੜਾ ਲੈ ਕੇ ਆਣਾ ਨਾ ਮਾਲਕ ਨੂੰ ਕਹੀਦਾ ਨਾ ਸਮਾਨ ਲਿਆ ਦੇ, ਫਿਰ ਉਹ ਇਹ ਸਾਡੇ ਕੰਮ 'ਚ ਅਸੀਂ ਸਮਾਨ ਦਾ ਨਹੀਂ ਕਹਿੰਦੇ, ਅਸੀਂ ਆਪ ਹੀ ਸਮਾਨ ਪੂਰਾ ਕਰਨਾ ਹੁੰਦਾ ਕਿਉਂਕਿ ਤੁਹਾਨੂੰ ਪਤਾ ਹੁੰਦਾ ਸਮਾਨ ਕਿਹੜਾ ਲਿਆਉਣਾ। ਹਾਂਜੀ, ਇਸ ਤਰ੍ਹਾਂ ਹੀ ਆ। ਹੁਣ ਮਕਾਨ ਕੋਈ ਬੰਦਾ ਤਿਆਰ ਕਰਦਾ ਉਹਦੇ ਵਿੱਚ 2-4 ਚੀਜ਼ਾਂ ਲੱਗਦੀਆਂ, ਬਜਰੀ, ਸੀਮੈਂਟ, ਰੇਤ, ਇਹ ਚੀਜ਼ ਲੱਗਦੀ ਆ। ਬੰਦਾ ਕਹਿੰਦਾ ਚਲੋ, ਜਿਹੜਾ ਸਾਡਾ ਡਿਜ਼ਾਈਨ ਦਾ ਫਰਕ ਆ ਜਾਂਦਾ ਵਾ। ਬਹੁਤ ਸਾਰੇ ਸ਼ੀਟਾਂ ਮੈਂ ਐਸੀਆਂ ਡਿਜ਼ਾਈਨ ਵਾਲੀਆਂ ਵਾ, ਉਹ ਸਾਨੂੰ ਹੀ ਪਤਾ ਹੁੰਦਾ ਕਿੱਦਾਂ ਅਸੀਂ ਪੂਰੀ ਕਰਨੀ, ਕਿਸ ਤਰ੍ਹਾਂ ਲਿਆਣੀ, ਫਿਰ ਇਸ ਕਰਕੇ ਅਸੀਂ ਠੇਕੇ 'ਤੇ ਕੰਮ ਕਰੀਦਾ ਵਾ। ਅੱਛਾ ਤਲਹਾ, ਮੈਂ ਦੇਖਿਆ ਬੜੇ ਖੂਬਸੂਰਤ ਡਿਜ਼ਾਈਨ ਬਣੇ ਹੁੰਦੇ ਨੇ, ਵਿੱਚ ਗੁਲਾਈਆਂ ਹੁੰਦੀਆਂ ਨੇ, ਉਹਨਾਂ ਨੂੰ ਕਿਸੇ ਮਤਲਬ ਹੱਥ ਨਾਲ ਤੁਸੀਂ ਕਰਦੇ ਹੋ ਜਾਂ ਕਿਸ ਤਰ੍ਹਾਂ? ਮਤਲਬ ਉਹ ਖੂਬਸੂਰਤੀ ਗੁਲਾਈ ਵਗੈਰਾ ਜਾਂ ਚੌਰਸ ਜਿਸ ਤਰ੍ਹਾਂ ਕਰਦੇ ਹੋ, ਕਟਾਈ ਕਰਦੇ ਹੋ, ਕਿਸ ਚੀਜ਼ ਨਾਲ ਕਟਾਈ ਕਰਦੇ ਹੋ? ਇਸ ਤਰ੍ਹਾਂ ਹੁਣ ਤੁਸੀਂ ਬੱਚੇ ਦੇਖਦੇ ਹੋਵੋਗੇ ਸਕੂਲ ਦੇ ਅੰਦਰ ਡਰਾਇੰਗ ਕਰਦੇ ਆ। ਬਿਲਕੁਲ ਕਰਦੇ ਆ। ਉਹ ਪੈਨਸਲ ਚੱਲਦੀ ਹੈ, ਪਾਰਕਰ ਹੁੰਦੀ ਉਹਨੂੰ ਘੁਮਾਉਂਦੇ ਆ। ਇਸ ਤਰ੍ਹਾਂ ਹੀ ਸਾਡੇ ਕੋਲ ਧਾਗਾ ਹੁੰਦਾ। ਅੱਛਾ, ਉਹ ਜਿਸ ਤਰ੍ਹਾਂ ਅਸੀਂ ਉਹ ਪਾਰਕਰ ਸੈਂਟਰ 'ਚ ਨਿਕਾਲ ਕੇ ਇੱਕ ਉਹਦੇ ਅੰਦਰ ਉਹਦਾ ਸੂਈ ਟੈਪ ਹੁੰਦਾ ਹੈ, ਉਹਨੂੰ ਸੈਂਟਰ 'ਚ ਲਗਾ ਕੇ ਉਹਨੂੰ ਪਲਕਾਰ ਮਾਰ ਦੇਈਦੀ। ਇਸ ਤਰ੍ਹਾਂ ਸਾਡੇ ਕੋਲ ਕਿੱਲ ਹੁੰਦਾ ਹੈ। ਅੱਛਾ, ਕਿੱਲ ਸੈਂਟਰ ਕੱਢ ਕੇ ਸੈਂਟਰ 'ਚ ਲਗਾ ਦੇ, ਉਹਨਾਂ ਪਲਕਾਰ ਘੁਮਾ ਦੇਈਦੀ। ਅੱਛਾ, ਇੱਕ ਉਹ ਜਿਵੇਂ ਉਹ ਜਲੇਬੀ ਨਹੀਂ ਬਣੀ ਹੁੰਦੀ ਆ ਮੱਛਰਦਾਨੀ, ਉਹ ਡਿਜ਼ਾਈਨ ਬਣਾਉਣਾ ਹੋਵੇ ਤੇ ਇੱਕ ਲੈ ਲੈਣਾ ਤੁਸੀਂ ਡੱਬਾ, ਰੰਗ ਵਾਲਾ ਡੱਬਾ, ਠੀਕ ਹੈ, ਉਹਨੂੰ ਧਾਗਾ ਲਪੇਟ ਲੈਣਾ। ਅੱਛਾ, ਉਹ ਸੈਂਟਰ ਕਰਕੇ ਉਹ ਸੈਂਟਰ 'ਚ ਰੱਖ ਲੈਣਾ, ਜਿਸ ਤਰ੍ਹਾਂ ਤੁਸੀਂ ਘੁਮਾਉਣਾ ਧਾਗਾ ਖੁੱਲ੍ਹ ਜਾਣਾ ਵਾ। ਅੱਛਾ, ਉਹ ਜਲੇਬੀ ਬਣੀ ਜਾਣੀ ਹੈ। ਵਾਹ ਰੇ ਵਾਹ, ਕੀ ਬਾਤ। ਉਹਦੀ ਇੱਕ ਪਲਕਾਰ ਬਣ ਗਈ, ਦੂਸਰੀ ਪਲਕਾਰ ਮਤਲਬ ਉਹ ਫੁੱਟ ਦੀ ਬਣਾਉਣੀ ਹੈ ਨਾ, ਫੁੱਟ ਚੌੜੀ, ਤੇ ਉਹ ਫੁੱਟ ਥੋੜਾ ਧਾਗਾ ਕਰਕੇ ਉਸ ਤਰ੍ਹਾਂ ਹੀ ਧਾਗਾ ਲਪੇਟ ਦੇਣਾ, ਉਹ ਜਲੇਬੀ ਬਣ ਜਾਣੀ। ਇਸ ਤਰ੍ਹਾਂ ਮੁਖਤਲਿਫ ਡਿਜ਼ਾਈਨ ਆ। ਜਦੋਂ ਬੰਦਾ ਜਿਸ ਫੀਲਡ 'ਚ ਵੜਦਾ ਨਾ ਫਿਰ ਉਹਦਾ ਜ਼ਿਹਨ ਖੁੱਲਦਾ ਰਹਿੰਦਾ ਉਸ ਹਿਸਾਬ ਨਾਲ। ਅੱਛਾ, ਦੇਖੋ ਜੀ, ਮੁਖਤਲਿਫ ਫੀਲਡ ਦੇ ਵਿੱਚ ਮੁਖਤਲਿਫ ਕਿਸਮ ਦੇ ਲੋਕ ਹੁੰਦੇ ਨੇ। ਕੁਛ ਆਪਣੇ ਕੰਮ ਨਾਲ ਮੁਖਲਿਸ ਹੁੰਦੇ ਨੇ, ਕੁਛ ਵਿੱਚ ਹੀ ਬੇਈਮਾਨ ਵਿੱਚ ਹੁੰਦੇ ਨੇ, ਬਲਕਿ ਅਕਸਰੀਅਤ ਇਸ ਕੰਮ ਵਿੱਚ ਬੇਈਮਾਨੀ ਵੀ ਕਰਦੇ ਨੇ ਕੁਛ ਕਾਰੀਗਰ ਜਾਂ ਮਜ਼ਦੂਰ। ਇਹ ਬੇਈਮਾਨੀ ਹਰ ਕੰਮ 'ਚ ਹੁੰਦੀ ਹੈ, ਲੇਕਿਨ ਜਿਹੜੀ ਆ ਲੇਬਰ ਆ ਨਾ, ਲੇਬਰ 'ਚ ਬੇਈਮਾਨੀ ਬਹੁਤ ਹੀ ਚੱਲਦੀ ਹੈ।
ਤੁਸੀਂ ਠੇਕਾ ਦਿੱਤਾ ਹੁੰਦਾ ਹੈ, ਤੁਸੀਂ ਸਿਰ ਤੇ ਉਹਨੇ ਬੇਈਮਾਨੀ ਕਿਵੇਂ ਕਰਦੇ ਆ? ਬੇਈਮਾਨੀ ਇਸ ਤਰ੍ਹਾਂ ਕਰਦੇ ਆ, ਹੁਣ ਜਿਸ ਬੰਦੇ ਦਾ ਜਿਹੜਾ ਕੰਮ ਆ ਨਾ ਉਹਨੂੰ ਪਤਾ ਹੈ। ਬਿਲਕੁਲ। ਤੁਸੀਂ ਦੁੱਧ ਲੈਣ ਜਾਓ ਨਾ, ਦੁੱਧ ਦਾ ਕਲਰ ਚਿੱਟਾ ਹੋਏਗਾ, ਲੇਕਿਨ ਜ਼ਰੂਰੀ ਨਹੀਂ ਚਿੱਟਾ ਕਲਰ ਤੇ ਖਾਲਸ ਦੁੱਧ ਦਾ। ਇਸ ਤਰ੍ਹਾਂ ਸੀਲਿੰਗ ਦਾ ਕੰਮ ਆ ਨਾ ਜਿਹੜਾ, ਥੱਲੋਂ ਅਸੀਂ ਖੂਬਸੂਰਤੀ ਬਣਾ ਦਈਏ ਉਹਦੀ, ਉੱਤੋਂ ਜਿਹੜਾ ਮਟੀਰੀਅਲ ਆ ਨਾਕਸ ਲਾ ਦਈਏ। ਅੱਛਾ। ਇਸ ਤਰ੍ਹਾਂ ਹੀ ਮਾਲਕ ਆ, ਉਹਨੂੰ ਨਹੀਂ ਪਤਾ ਹੈਗਾ ਵੀ ਕਿਹੜੀ ਚੀਜ਼ ਅੱਛੀ ਆ ਕਿਹੜੀ ਬੁਰੀ ਆ। ਬਿਲਕੁਲ ਸਹੀ ਗੱਲ ਹੈ। ਉਹਨੇ ਦੇਖਣਾ ਬਜ਼ਾਹਿਰ ਵੀ ਜਿਹੜਾ ਨਜ਼ਰ ਆ ਰਿਹਾ ਉਹ ਕੈਸਾ ਹੈ। ਇਸ ਕਰਕੇ ਸਾਡੇ ਠੇਕੇਦਾਰ ਨਾ ਉਹ ਲੇਬਰ ਨੂੰ ਕੀ ਸਿਖਾਉਂਦੇ ਆ ਵੀ ਤੈਨੂੰ ਕੰਮ ਆਵੇ ਨਾ ਆਵੇ, ਤੈਨੂੰ ਗੱਲ ਸੁਣਾਣੀ ਆਣੀ ਚਾਹੀਦੀ ਹੈ, ਮਾਲਕ ਨੂੰ ਮੁਤਮਈਨ ਕਰਨਾ ਤੂੰ। ਇਹ ਜਿਹੜੀ ਬੁਨਿਆਦੀ ਚੀਜ਼ ਤੁਹਾਨੂੰ ਤਰਬੀਅਤ ਦਿੱਤੀ ਜਾਂਦੀ ਹੈ। ਅੱਛਾ, ਕਿ ਮਾਲਕ ਨੂੰ ਮੁਤਮਈਨ ਜਿਹੜਾ ਬੰਦਾ ਕਰਦਾ ਨਾ, ਉਹ ਜਿੱਧਰ ਮਾਲਕ ਕੋਈ ਹੋਵੇ ਨਾ, ਮਤਲਬ ਇਹ ਕਪੱਤਾ ਲਾ ਲਓ, ਪੰਜਾਬੀ ਜ਼ੁਬਾਨ ਸਾਡੀ ਕਹਿੰਦੇ ਆ ਵੀ ਇਹ ਅੜ ਜਾਂਦਾ ਗੱਲ ਤੇ, ਉਧਰ ਉਹ ਬੰਦੇ ਨੂੰ ਭੇਜਦੇ ਆ ਜਿਹੜੇ ਕਹਿੰਦੇ ਵੀ ਇਹ ਗੱਲ ਸੁਣਾ ਲੈਂਦਾ ਬੰਦਾ, ਇਹਨੂੰ ਗੱਲ ਨਾਲ ਹੀ ਕਾਬੂ ਕਰੋ। ਹਾਂਜੀ, ਤੇ ਉਹ ਹੁਣ ਮਾਲਕ ਦਾ ਇੱਕ ਮਾਈਂਡ ਬਣਾ ਦਿੰਦੇ ਆ। ਅਸੀਂ ਮਟੀਰੀਅਲ ਨਾਕਸ ਲਾਣਾ ਨਾ, ਤੇ ਉਹਨਾਂ ਨੇ ਨਾ ਉਸ ਕਾਰੀਗਰ ਨੇ ਉਹ ਮਾਲਕ ਨੂੰ ਉਹਦਾ ਜ਼ਿਹਨ ਬਣਾ ਦੇਣਾ ਵੀ ਨਾਕਸ ਮਟੀਰੀਅਲ ਨੂੰ ਅੱਛਾ ਕਰਕੇ ਦੱਸਣਾ ਵੀ ਬਾਈ ਇਹ ਹੀ ਅੱਛਾ ਵਾ। ਹੁਣ ਇੱਕ ਸਾਡੇ ਕੰਮ 'ਚ ਲੇਕਿਨ ਹੈ ਤਾਂ ਬੇਈਮਾਨੀ, ਬਿਲਕੁਲ ਬੇਈਮਾਨੀ, ਲੇਕਿਨ 3 ਚੀਜ਼ਾਂ ਚੱਲਦੀਆਂ ਇਸ ਕੰਮ 'ਚ। ਅਸੀਂ ਸ਼ੁਕਰ ਅਲਹਮਦੁਲਿਲਾ, ਅੱਲਾਹ ਪਾਕ ਦਾ ਸ਼ੁਕਰ ਆ, ਇੰਨੀ ਉਮਰ ਨਹੀਂ ਹੈਗੀ, ਬੜੇ ਸ਼ਹਿਰਾਂ 'ਚ ਕੰਮ ਕੀਤਾ। ਫੈਸਲਾਬਾਦ ਦਾ ਕੋਈ ਐਸਾ ਮਹੱਲਾ ਨਹੀਂ ਜਿੱਥੇ ਕੰਮ ਨਹੀਂ ਕੀਤਾ। ਮਰੀ ਤੱਕ ਮੈਂ ਕੰਮ ਕਰਕੇ ਆਇਆ, ਹਰੀਪੁਰ 292 ਕਮਰਿਆਂ 'ਚ। ਤੁਹਾਡੀ ਟੀਮ ਕਿੰਨੇ ਲੋਕਾਂ ਤੇ ਮੁਸ਼ਤਮਿਲ ਹੈ? ਸਾਡੀ ਜਿਹੜੀ ਟੀਮ ਹੈ ਨਾ, ਇਹ ਟੀਮ ਜਿਹੜੀ ਹੁੰਦੀ ਨਾ, ਇਹਦੇ 'ਚ ਲੜਕੇ ਕੋਈ ਹਟ ਕੇ ਕੋਈ ਚਲੇ ਗਏ, ਕੋਈ ਆ ਗਏ। ਜਿਹੜੀ ਸਾਡੀ ਟੀਮ ਸ਼ੁਰੂ ਤੋਂ ਚੱਲ ਰਹੀ, 3 ਭਾਈਆਂ ਸੀ। ਮੈਂ, ਮੇਰਾ ਬੜਾ ਭਾਈ ਆ, ਕੀ ਨਾਮ ਦਾ? ਮੁਹੰਮਦ ਬਿਲਾਲ ਅੰਸਾਰੀ। ਅੱਛਾ। ਲੇਕਿਨ ਫੈਸਲਾਬਾਦ 'ਚ ਉਹਨੂੰ ਗੋਰੇ ਦੇ ਨਾਮ ਤੋਂ ਜਾਣਦੇ ਆ। ਗੋਰਾ ਸੀਲਿੰਗ ਵਾਲਾ। ਗੋਰਾ ਸੀਲਿੰਗ ਵਾਲਾ। ਗੋਰਾ ਸੀਲਿੰਗ ਵਾਲਾ। ਅੱਛਾ। ਤੇ ਛੋਟਾ ਭਾਈ ਮੇਰੇ ਤੋਂ, ਮੇਰਾ ਛੋਟਾ ਭਾਈ ਆ ਰਿਜ਼ਵਾਨ, ਉਹਨੇ ਬਹੁਤ ਜਲਦੀ ਕੰਮ ਸਿੱਖਿਆ ਤੇ ਉਹਦਾ ਮਾਸ਼ਾਅੱਲਾ ਮੇਰੇ ਨਾਲ ਵੀ ਹੱਥ ਸਾਫ਼। ਅੱਛਾ, ਇਹ ਤੁਸੀਂ ਕੰਮ ਕਿੰਨੇ ਦੇਰ 'ਚ ਮਤਲਬ ਸਿੱਖ ਲਿਆ? ਕੰਮ ਜਿਹੜਾ ਇਹ ਸਾਡੇ ਵਾਲਾ ਕੰਮ ਆ ਨਾ, ਇਹ ਜੇ ਬੰਦਾ ਕਹੇ ਨਾ ਵੀ ਸਿੱਖ ਲਿਆ, ਇਹ ਨਹੀਂ ਸਿੱਖਿਆ ਜਾ ਸਕਦਾ। ਵੈਰੀ ਗੁੱਡ। ਹਰ ਕੰਮ ਆਪਣੀ ਜਗ੍ਹਾ ਸਮੁੰਦਰ ਹੈ। ਇਹ 'ਚ ਜਿਹੜੀ ਸ਼ੀਟ ਹੈ ਨਾ, ਉਹ ਅਸੀਂ ਲੈਵਲ 'ਚ ਬੰਨਣੀ ਹੁੰਦੀ ਹੈ। ਉਹ ਸ਼ੀਟ ਮੈਂ ਤੁਹਾਨੂੰ ਦੱਸਤਾ, ਤੁਹਾਨੂੰ 2 ਦਿਨਾਂ 'ਚ ਮੈਂ ਲੈਵਲ 'ਚ ਬੰਨੀ ਦੱਸ ਦੇਣੀ ਹੈ। ਲੇਕਿਨ ਜਦੋਂ ਤੁਹਾਨੂੰ ਕਿਸੇ ਮਾਲਕ ਨੇ ਡਿਜ਼ਾਈਨ ਦਿਖਾਣਾ ਨਾ ਵੀ ਇਹ ਡਿਜ਼ਾਈਨ ਤੁਸੀਂ ਬਣਾਉਣਾ ਵਾ, ਬੰਦਾ ਉੱਥੇ ਫਸਦਾ। ਅਸਲ ਹਰ ਘਰ 'ਚ ਹਰ ਬੰਦੇ ਦਾ ਮਾਈਂਡ ਲੈਦਾ ਹੁੰਦਾ, ਉਹਨੇ ਡਿਜ਼ਾਈਨ ਹੋਰ ਤਰ੍ਹਾਂ ਦਾ ਬਣਾਉਣਾ। ਕੋਈ ਕਹਿੰਦੇ ਆ ਸਾਦੀ ਬਣਾ ਦਿਓ। ਹੁਣ ਜਿਹੜੀਆਂ ਟੀਚਰ ਟਾਈਪ ਲੋਕ ਆ ਨਾ, ਉਹ ਤੇ ਕਹਿੰਦੇ ਸਾਦੀ ਬਣਾ ਦਿਓ, ਤੇ ਜਿਹੜੇ ਵਕੀਲ ਟਾਈਪ ਲੋਕ ਹੁੰਦੇ ਆ ਉਹ ਅੜ ਜਾਂਦੇ ਆ। ਅੱਛਾ। ਤੇ ਜੇ ਅਸੀਂ ਕਿਸੇ ਪਿੰਡ 'ਚ ਕੰਮ ਕਰਨ ਜਾਈਦਾ ਨਾ, ਉਹ ਤੇ ਇੰਨਾ ਖਪਾ ਦਿੰਦੇ, ਉਹ ਕਹਿੰਦੇ ਇੰਨੀ ਕੁ ਜਗ੍ਹਾ ਸਾਦੀ ਨਹੀਂ ਰਹਿਣੀ ਚਾਹੀਦੀ। ਉਹਨਾਂ ਨੇ ਸਿਰਫ ਨਾਮ ਸੁਣਿਆ ਹੁੰਦਾ, ਸੀਲਿੰਗ ਖੂਬਸੂਰਤ ਹੁੰਦੀ ਹੈ, ਉਹ ਕਹਿੰਦੇ ਹਰ ਜਗ੍ਹਾ ਖੂਬਸੂਰਤ ਹੋਵੇ, ਹਰ ਚੀਜ਼ ਖੂਬਸੂਰਤ। ਹਾਲਾਂਕਿ ਸਾਦਗੀ ਦੇ ਵਿੱਚ ਵੀ ਖੂਬਸੂਰਤੀ ਹੁੰਦੀ ਹੈ। ਹਾਂਜੀ, ਸਾਦਗੀ 'ਚ ਕਈ ਜਗ੍ਹਾ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੇ ਕਹਿੰਦੇ ਅਸੀਂ ਪੇਂਟ ਹੀ ਨਹੀਂ ਕਰਾਉਣਾ, ਸਿਰਫ ਸੀਲਿੰਗ ਕਰਨੀ। ਕਈ ਜਗ੍ਹਾ ਇਸ ਤਰ੍ਹਾਂ ਦੀ ਕਹਿੰਦੇ ਇਕੱਲਾ ਵਾਈਟ ਪੇਂਟ ਕਰਾਉਣਾ। ਕਈ ਜਗ੍ਹਾ ਤੇ ਹੁੰਦੇ ਆ ਵੀ ਹਰ ਇਹ ਸਟੈਪ ਹੁੰਦਾ ਨਾ ਸਾਡਾ, ਪਹਿਲੇ ਇੱਕ ਸਟੈਪ ਚੱਲਦਾ, 2 ਸਟੈਪ, 3 ਸਟੈਪ, ਉਹ ਹਾਈਟ ਦੇ ਹਿਸਾਬ ਨਾਲ ਹੁੰਦਾ ਵਾ। ਅੱਛਾ। ਜੇ ਮਤਲਬ 12 ਫੁੱਟ ਤੇ ਛੱਤ ਆ, ਤੇ ਉਸ 12 ਫੁੱਟ ਤੋਂ ਅਸੀਂ ਦੱਸਣਾ ਵੀ ਉਹਨਾਂ ਨੂੰ ਭਾਈ ਤੁਹਾਨੂੰ ਥੱਲੇ ਜਿਹੜੀ ਆ ਨਾ ਹਾਈਟ ਇਹਦੀ ਕਿੰਨੀ ਚਾਹੀਦੀ ਹੈ। 11 ਫੁੱਟ ਤੇ ਫੁੱਟ ਟੋਨ ਕਰ ਲਈਏ, 2 ਫੁੱਟ ਟੋਨ ਕਰ ਲਈਏ। ਹੱਥ ਇਹਦੀ ਮਜ਼ਬੂਤੀ ਨੇ 2 ਫੁੱਟ ਤੱਕ ਆ। ਪਹਿਲਾਂ ਇਹਦੇ ਵਿੱਚ ਆਸਾਨ ਕੰਮ ਕਿਹੜਾ ਹੁੰਦਾ ਹੈ ਤੇ ਮੁਸ਼ਕਿਲ ਕਿਹੜਾ ਹੁੰਦਾ ਹੈ? ਆਸਾਨ ਕੰਮ ਇਹਦੇ 'ਚ ਕੋਈ ਵੀ ਨਹੀਂ ਜੀ। ਅੱਛਾ। ਇਹ 'ਚ ਤੁਹਾਨੂੰ ਅੱਗੇ ਦੱਸਿਆ ਨਾ ਮੈਂ ਵੀ ਡਿਜ਼ਾਈਨ ਜਿਹੜੇ ਆ ਨਾ, ਉਹ ਕੰਮ ਤੇ ਕੋਈ ਵੀ ਆਸਾਨ ਨਹੀਂ ਹੈ। ਜਿਹੜਾ ਬੰਦਾ ਕਹਿੰਦਾ ਨਾ ਮੈਂ ਕੁਰਸੀ ਤੇ ਬਹਿ ਕੇ ਕੰਮ ਕਰ ਰਿਹਾ, ਉਹ ਵੀ ਮੁਸ਼ਕਲ ਹੀ ਹੈ। ਗੱਲਾਂ ਕਰਨੀਆਂ ਸੌਖੀਆਂ, ਗੱਲਾਂ ਕਰਨੀਆਂ ਸੌਖੀਆਂ, ਕੰਮ ਕਰਨੇ ਔਖੇ। ਔਖੇ ਪਾਲਨੇ ਬੋਲ। ਬਿਲਕੁਲ। ਇਹਦੇ 'ਚ ਕੰਮ ਅਸੀਂ ਸਾਡਾ ਜਿਹੜਾ ਹੈਲਪਰ ਹੁੰਦਾ, ਸਾਡਾ ਕੰਮ ਹੁੰਦਾ ਸਿਰਫ ਇੰਨਾ। ਹੁਣ ਤੇ ਅੱਲਾਹ ਪਾਕ ਨੇ ਬੜੀ ਇੱਜ਼ਤ ਦਿੱਤੀ ਹੈ, ਅਸੀਂ ਮਾਸ਼ਾਅੱਲਾ 2-3 ਦਿਨ ਹੋ ਗਏ ਫੈਕਟਰੀ ਲਈ ਆਪਣੀ। ਅੱਛਾ, ਵੈਰੀ ਗੁੱਡ, ਮਾਸ਼ਾਅੱਲਾ, ਬਹੁਤ ਬਹੁਤ ਮੁਬਾਰਕ ਹੋਵੇ ਜੀ। ਖੈਰ ਮੁਬਾਰਕ। ਲੜਕੇ ਉਹਦੇ 'ਚ ਮਤਲਬ ਮਾਲ ਖੁਦ ਤਿਆਰ ਕਰੋਗੇ? ਮਾਲ ਖੁਦ ਤਿਆਰ ਕਰਕੇ। ਅੱਜ ਕੱਲ੍ਹ ਨਾ ਮਟੀਰੀਅਲ ਬਹੁਤ ਨਾਕਸ ਆ ਰਿਹਾ। ਅੱਛਾ। ਸ਼ੀਟ ਤਿਆਰ ਕਰਦੇ ਆ, ਉਹ ਸ਼ੀਟ ਤੇ ਕਚਰਾ ਪਾਉਂਦੇ ਆ। ਅੱਛਾ, ਕਿਸ ਚੀਜ਼ ਦਾ? ਇਹ ਸ਼ੀਟ ਜਿਹੜੀ ਸੁੱਕਦੀ ਹੈ ਨਾ, ਉਸੇ ਉਹ ਜਦੋਂ ਅਸੀਂ ਡੱਬੇ 'ਚ ਸਮਾਨ ਬਣਾਈਦਾ ਨਾ ਆਪਣਾ ਮਾਲ, ਉਹ ਡੱਬੇ ਨੂੰ ਝਾੜਦੇ ਆ, ਸੁੱਕ ਜਾਂਦਾ ਜਿਹੜਾ, ਉਹ ਜ਼ਰਾਤ ਨਿੱਕੇ ਨਿੱਕੇ ਹੁੰਦੇ ਆ। ਉਹ ਸ਼ੀਟ ਜਦੋਂ ਅਸੀਂ ਸ਼ੀਸ਼ਾ ਲੱਗਾ ਹੁੰਦਾ ਸਾਡਾ ਡਾਈ ਦਾ, ਉਹਦੇ 'ਚ ਮਾਲ ਬਣਾਉਂਦੇ ਨਾ, ਮਾਲ ਪਾਉਂਦੇ ਜਦੋਂ, ਉਹ ਫਿਰ ਉਹ ਮਟੀਰੀਅਲ ਉਹ ਡੱਬੇ ਦਾ ਉਹਦੇ ਵਿੱਚ ਸਿੱਟਦੇ ਆ। ਇੱਕ ਤੇ ਉਹ ਸੁੱਕਾ ਹੁੰਦਾ ਵਾ, ਉਹ ਪਾਣੀ ਜਜ਼ਬ ਕਰਕੇ ਸ਼ੀਟ ਜਲਦੀ ਤਿਆਰ ਕਰ ਦਿੰਦਾ, ਦੂਜਾ ਉਹ 2 ਨੰਬਰ ਸ਼ੀਟ ਹੋ ਜਾਂਦੀ ਹੈ। ਇਸ ਚੀਜ਼ ਦਾ ਮਾਲਕ ਨੂੰ ਨਹੀਂ ਪਤਾ। ਅੱਛਾ। ਲੇਕਿਨ ਸ਼ੁਕਰ ਅੱਲਾਹ ਪਾਕ ਦਾ, ਅਸੀਂ ਕੰਮ ਕਰਦੇ ਹਾਂ, ਅਸੀਂ ਕਦੀ ਇਦਾਂ ਦਾ ਕੰਮ ਨਹੀਂ ਕੀਤਾ। ਹੁਣ ਅਸੀਂ ਕੰਮ ਕਰਕੇ ਆਏ, ਮੈਂ ਖੁਦ ਕਰਕੇ ਆਇਆ ਕੰਮ, ਮਸਜਿਦ ਦਾ ਕੀਤਾ ਵਾ ਭਾਈ ਨੇ ਮੇਰੇ ਨੇ, ਤੇ ਅਸੀਂ ਅਗਲੇ ਬੰਦੇ ਨੂੰ ਕਹੀਦਾ ਵੀ ਭਾਈ ਮਟੀਰੀਅਲ ਇਹ ਲਾਣਾ ਵਾ ਤੇ ਰੇਟ ਸਾਡਾ ਆਇਆ ਵਾ। ਲੇਕਿਨ ਅੱਜ ਕੱਲ੍ਹ ਮਾਲਕ ਜਿਹੜੇ ਆ ਨਾ, ਉਹ ਇਸ ਚੀਜ਼ ਨੂੰ ਨਹੀਂ ਸੋਚਦੇ। ਉਹ ਕਹਿੰਦੇ ਕੋਈ ਰੇਟ ਘੱਟ ਦੇ ਗਿਆ ਤੇ ਕੰਮ ਇੱਕੋ ਹੀ ਕਰਵਾਉਣਾ। ਅੱਛਾ ਅੱਛਾ।
ਅੱਛਾ, ਤੇ ਇਹ ਪਤਾ ਕਿਵੇਂ ਲੱਗੇਗਾ ਵੀ ਕਾਰੀਗਰ ਚੰਗਾ ਕਿਹੜਾ ਹੈ ਤੇ ਮਾੜਾ ਕਿਹੜਾ ਹੈ? ਹੁਣ ਆਮ ਬੰਦੇ ਨੂੰ ਤਾਂ ਇਸ ਗੱਲ ਦਾ ਨਹੀਂ ਪਤਾ। ਤੁਹਾਨੂੰ ਦੱਸਿਆ ਨਾ, ਕਾਰੀਗਰ ਜਿਹੜਾ ਗੱਲ ਸੁਣਾ ਗਿਆ ਨਾ, ਉਹ ਮਾਲਕ ਵਾਸਤੇ ਚੰਗਾ ਹੀ ਆ। ਅੱਛਾ, ਜਿਹੜਾ ਗੱਲ ਸੁਣਾ ਗਿਆ ਮਾਲਕ ਨਾਲ, ਇਹ ਤੋਂ ਬਾਅਦ ਚੰਗਾ ਕੋਈ ਨਹੀਂ। ਹੁਣ ਧਾਗਾ ਚੱਲਦਾ, ਇੱਕ ਧਾਗਾ, ਇੱਕ ਚੀਜ਼ 500 ਰੁਪਏ ਕਿਲੋ ਆ, ਇੱਕ 500 ਦੀ 2 ਮਣ ਆਉਂਦੀ ਆ। ਅੱਛਾ, ਲੇਕਿਨ ਉਹਦਾ ਮਾਈਂਡ ਬਣਾ ਦਿੰਦੇ ਆ ਮਾਲਕ ਦਾ। 500 ਦੀ ਜਿਹੜੀ 2 ਮਣ ਆਣੀ ਨਾ, ਉਹਨਾਂ ਤੁਸੀਂ ਕੰਮ ਕਰ ਲੈਣਾ ਕਮ ਸੇ ਕਮ 8 ਲੱਖ ਰੁਪਏ ਦਾ। ਅੱਛਾ, ਤੇ ਜਿਹੜੀ ਚੀਜ਼ 500 ਦੀ ਸਿਰਫ ਕਿਲੋ ਆਣੀ ਆ, ਉਹਨਾਂ ਕੰਮ ਹੁੰਦਾ ਵਾ ਤਕਰੀਬਨ 6000 ਰੁਪਏ ਦਾ। 6000 ਠੀਕ ਆ ਕਿ 8 ਲੱਖ ਠੀਕ ਹੈ? ਇਸ ਤਰ੍ਹਾਂ ਹੀ ਉਹ, ਲੇਕਿਨ ਉਹ ਧਾਗਾ ਹੈਗਾ ਖਸਤਾ। ਅੱਜ ਕੱਲ੍ਹ ਲੋਕ ਫੈਸਲਾਬਾਦ ਦੇ ਹਰ ਸ਼ਹਿਰ ਦੇ ਅੰਦਰ ਨਾ ਧਾਗਾ ਬਹੁਤ ਚੱਲ ਰਿਹਾ, ਤੇ ਉਹ ਮਾਲਕਾਂ ਦਾ ਨਾ ਉਹਨਾਂ ਨੇ ਮਾਈਂਡ ਬਣਾਇਆ ਹੋਇਆ ਇੱਕ, ਕਿ ਧਾਗੇ ਤੇ ਛੱਤ ਮਜ਼ਬੂਤ ਰਹਿੰਦੀ। ਅੱਜ ਕੱਲ੍ਹ ਇੱਕ ਮਜ਼ਦੂਰ ਦੀ ਮਜ਼ਦੂਰੀ ਕਿੰਨੀ ਚੱਲ ਰਹੀ ਹੈ ਤੁਹਾਡੇ ਕੰਮ ਵਿੱਚ? ਸਾਡੇ ਕੰਮ 'ਚ ਟਾਈਮ ਕਿੰਨਾ ਦਿੰਦਾ? ਸਾਡੇ ਕੰਮ ਦੇ ਵਿੱਚ ਜਿਹੜੀ ਮਜ਼ਦੂਰੀ ਚੱਲਦੀ ਹੈ ਨਾ, ਉਹ ਹੈਲਪਰ ਦੀ ਦਿਹਾੜੀ ਹੁੰਦੀ ਹੈ, ਉਹਨੂੰ ਖਰਚਾ ਹੀ ਦੇਈਦਾ, ਕੰਮ ਸਿਖਾਈਦਾ ਅਸੀਂ। ਕਮ ਸੇ ਕਮ 500 ਰੁਪਇਆ ਖਰਚਾ ਦਿੰਦੇ, ਉਹਨੂੰ ਰੋਟੀ ਪਾਣੀ ਹੁੰਦੀ ਸਾਡੀ 3 ਟਾਈਮ ਦੀ। ਤੇ ਕਾਰੀਗਰ ਲੈ ਕੇ ਆਣਾ, ਛੱਡ ਕੇ ਆਣਾ, ਕਾਰੀਗਰ ਨੂੰ ਫੁੱਟ ਦੇ ਹਿਸਾਬ ਨਾਲ ਦਿੰਦੇ ਅਸੀਂ। ਕੀ ਫੁੱਟ ਦਾ ਹਿਸਾਬ ਹੁੰਦਾ? ਉਹ ਫੁੱਟ ਦਾ ਹਿਸਾਬ ਇਸ ਤਰ੍ਹਾਂ ਹੁੰਦਾ, ਤੇ ਜਿਹੜਾ ਕਾਰੀਗਰ ਅੱਛਾ ਵਾ ਨਾ, ਮਤਲਬ ਛੱਤ ਦਾ ਡਿਜ਼ਾਈਨ ਇਹ ਸਿੱਧੀ ਛੱਤ ਲਗਾ ਲੈਂਦਾ ਵਾ, ਉਹਨੂੰ ਕਟਾਈ ਨਹੀਂ ਆਉਂਦੀ, ਫਿਰ ਉਹਦੀ ਚੱਲਦੀ ਹੈ 14-15 ਰੁਪਏ ਫੁੱਟ, ਉਹਨੂੰ ਠੇਕਾ ਦੇ ਦਿੰਦੇ। ਕਾਰੀਗਰ ਦੀ ਸਟੇजेस ਨੇ? ਹਾਂਜੀ। ਅੱਛਾ, ਫਿਰ ਜਿਹੜਾ ਕਾਰੀਗਰ ਸਟੈਂਡਰਡ ਦਾ ਵਾ ਨਾ, ਉਹਨੂੰ ਅਸੀਂ ਦੇਈਦੇ ਆ 22 ਰੁਪਏ ਫੁੱਟ। ਅੱਛਾ, ਫਿਰ ਉਹ 22 ਰੁਪਏ ਫੁੱਟ ਅਸੀਂ ਦੇਈਦੇ ਉਹਨੂੰ ਛੱਤ ਦੇ ਹਿਸਾਬ ਨਾਲ। ਲੇਕਿਨ ਜਦੋਂ ਛੱਤ ਤੇ ਅਸੀਂ ਦੇਖੀ ਨਾ, ਵਿੱਚ ਮਿਹਨਤ ਜ਼ਿਆਦਾ ਵਾ, ਸਾਨੂੰ ਅੱਗੋਂ ਇਹਦੀ ਠੇਕਾ ਜ਼ਿਆਦਾ ਲੱਭ ਰਿਹਾ ਵਾ, ਫਿਰ ਉਹਨੂੰ ਕਾਰੀਗਰ ਦੇ ਥੋੜੇ ਪੈਸੇ ਵਧਾ ਦਿੰਦੇ ਆ ਵੀ ਇਹਦੀ ਮਿਹਨਤ ਜ਼ਿਆਦਾ ਹੋਣੀ। ਲੇਕਿਨ ਇਹਦੇ 'ਚ ਜਿਹੜਾ ਡਾਈਆਂ 'ਚ ਕੰਮ ਚੱਲਦਾ ਨਾ, ਉਹ ਡਾਈਆਂ ਜਿਹੜਾ ਕੰਮ ਚੱਲਦਾ ਵਾ, ਉਹ ਆਸਾਨ ਆ। ਅੱਛਾ, ਉਹ ਡਾਈ 'ਚ ਪੀਸ ਬਣਾਓ, ਚਮੇੜ ਦੋ ਬਸ। ਇੱਕ ਅੱਛਾ ਕਾਰੀਗਰ ਮਾਹਾਨਾ ਤਕਰੀਬਨ ਕਿਤਨੀ ਕੁ ਉਸਦੀ ਮਤਲਬ ਪੈਸੇ ਬਣ ਜਾਂਦੇ ਆ? ਜਿਹੜਾ ਕਾਰੀਗਰ ਆ ਨਾ, ਅੱਛਾ ਕਾਰੀਗਰ ਆ, ਔਰ ਉਹਨੂੰ ਪੂਰਾ ਮਹੀਨਾ ਕੰਮ ਵੀ ਲੱਭੇ? ਹਾਂਜੀ ਬਿਲਕੁਲ, ਉਹ ਕੰਮ ਦੇ ਸਿਰ ਤੇ ਆ, ਦੂਸਰਾ ਕਾਰੀਗਰ ਦੇ ਸਿਰ ਤੇ ਆ। ਅੱਛਾ, ਉਹਨਾਂ ਨੂੰ ਕੰਮ ਲੱਭ ਜੀ, ਉਹ ਕੰਮ ਨਾ ਕਰੇ। ਹਾਂ, ਫਿਰ ਦਿਹਾੜੀ ਕਾਹਦੀ ਬਣਨੀ ਹੈ? ਦਿਹਾੜੀ ਕਾਹਦੀ ਬਣਨੀ? ਇੱਕ ਠੇਕਾ ਵਾ 15000 ਰੁਪਏ ਦਾ ਠੇਕਾ, ਉਹਨੂੰ ਮੈਂ, ਉਹ ਕੰਮ ਸਾਡਾ 2 ਦਿਨ ਦਾ ਵਾ, ਅਸੀਂ ਉਹਨੂੰ 20 ਦਿਨ ਲਾ ਦਈਏ। ਇਸ ਕਾਰੀਗਰ ਤੇ ਫਿਰ ਤੁਹਾਡਾ ਘਾਟ ਹੈ ਤੁਹਾਨੂੰ? ਹਾਂਜੀ, ਇਹ ਕਾਰੀਗਰ ਤੇ ਡਿਪੈਂਡ ਹੁੰਦਾ ਵਾ ਵੀ ਉਹਦਾ 20 ਦਿਨ ਦਾ ਕੰਮ ਆ, ਉਹ ਕੋਸ਼ਿਸ਼ ਕਰੇ 15 ਦਿਨਾਂ 'ਚ ਮੁਕਾ ਦੇਵੇ। ਅੱਛਾ, ਉਹਨੂੰ ਇਹਦੇ ਵਿੱਚੋਂ 60000 70000 ਬਚ ਰਿਹਾ ਵਾ। ਲੇਕਿਨ ਇਹ ਹੈ ਕਿ ਤੁਸੀਂ ਦਿਹਾੜੀ ਤੇ ਤੁਸੀਂ ਤਾਂ ਦੇਣਾ ਫੁੱਟਾਂ ਦੇ ਹਿਸਾਬ ਨਾਲ। ਅਸੀਂ ਫੁੱਟਾਂ ਦੇ ਹਿਸਾਬ ਨਾਲ ਦੇਣਾ। ਉਹੀ ਹੈ ਨਾ, ਉਹ ਉਹਦੇ ਤੇ ਹੁੰਦਾ ਵਾ, ਉਹ ਟਾਈਮ ਸਵੇਰ 10 ਵਜੇ ਚੱਲ ਜਾਵੇ, ਸਵੇਰ 7 ਵਜੇ ਚੱਲ ਜਾਵੇ, ਰਾਤ 10 ਵਜੇ ਤੱਕ ਲੱਗਾ ਰਹੇ, ਦਿਲ ਕਰੇ 2 ਵਜੇ ਛੁੱਟੀ ਕਰ ਲਵੇ, ਦਿਲ ਕਰੇ 4 ਵਜੇ ਛੁੱਟੀ ਕਰ ਲੇ। ਉਹਦੀ ਆਪਣਾ ਮਾਈਂਡ ਆ ਉਹਦਾ, ਜਦੋਂ ਉਹਨੇ ਛੁੱਟੀ ਕਰਨੀ, ਜਿਸ ਹਿਸਾਬ ਨਾਲ ਉਹਨੇ ਮਕਾਣਾ ਵਾ, ਉਸ ਹਿਸਾਬ ਨਾਲ ਉਹਨੂੰ ਪੈਸੇ ਵਿੱਚ। 8 ਘੰਟੇ ਦਿਹਾੜੀ, ਮਤਲਬ ਕੰਮ ਕਰਕੇ 8-10 ਘੰਟੇ ਤੇ ਮਹੀਨਾ ਉਹ ਬੰਦਾ ਕੰਮ ਕਰੇ, ਤਕਰੀਬਨ ਕਿੰਨਾ ਕੁ ਉਹਦਾ ਮਹਾਨਾ ਬਣ ਜਾਏਗੀ ਆਮਦਨ? 8 ਘੰਟੇ ਕੰਮ ਕਰੇ, ਕਿਉਂਕਿ ਅਕਸਰ ਲੋਕ ਸਵਾਲ ਕਰਦੇ ਆ ਬਈ ਇਹਦੀ ਕਿੰਨੀ ਕੁ ਮਜ਼ਦੂਰੀ ਬਣ ਜਾਂਦੀ ਆ? 8 ਘੰਟੇ ਕੰਮ ਕਰਕੇ ਨਾ, ਮੇਰੇ ਹਿਸਾਬ ਨਾਲ ਕਮ ਸੇ ਕਮ ਨਾ 3-4 ਹਜ਼ਾਰ ਦਿਹਾੜੀ ਬਣ ਸਕਦੀ, 3000 ਦਿਹਾੜੀ ਬਣ ਸਕਦੀ। ਮਤਲਬ 1 ਲੱਖ ਦੇ ਰਾਉਂਡ ਅਬਾਊਟ ਬੰਦਾ ਬਣਾ ਜਾਂਦਾ ਹੈ? ਬਣਾ ਸਕਦਾ, ਹਾਂਜੀ ਬਿਲਕੁਲ, ਬੰਦਾ ਮਿਹਨਤੀ ਹੋਵੇ। 8 ਘੰਟੇ ਉਹ ਕੰਮ ਕਰੇ, ਵਿੱਚ ਬਹਿ ਜਾਵੇ। ਅਕਸਰ ਜਿਹੜੀ ਲੇਬਰ ਆ ਨਾ, ਉਹ ਨਸ਼ੇ ਪੱਤੇ ਵਾਲ ਬਹੁਤ ਤੁਰੀ ਹੈ। ਇਸ ਕੰਮ ਦੇ ਵਿੱਚ ਨਸ਼ਾ ਵੀ ਕਰਦੇ ਆ ਲੋਕ? ਨਸ਼ਾ ਵੀ ਹਰ ਕੰਮ 'ਚ ਕਰਦੇ ਨਸ਼ਾ। ਮਜ਼ਦੂਰ ਜਿਹੜਾ ਤਬਕਾ ਨਾ, ਹਾਂ, ਆ ਜਿਹੜੇ ਮਿਸਤਰੀ ਹੋ ਗਏ, ਇਹ ਪੇਂਟ ਵਾਲੇ ਹੋ ਗਏ, ਸੀਲਿੰਗ ਵਾਲੇ ਹੋ ਗਏ, ਇਹ 'ਚ ਨਸ਼ਾ ਬਹੁਤ ਚੱਲਦਾ। ਉਹ ਕਿਹੜਾ ਨਸ਼ਾ ਕਰਦੇ ਆ ਜ਼ਿਆਦਾ ਸਿਗਰਟ ਚਰਸ ਪੀਂਦੇ ਆ। ਓਏ ਹੋਏ ਹੋਏ ਹੋਏ, ਇਹ ਤਾਂ ਆਪਣੇ ਆਪ ਨੂੰ ਤਬਾਹ ਕਰੀ ਜਾਂਦੇ ਆ ਬਈ। ਹਾਂਜੀ ਬਿਲਕੁਲ ਕਰ ਰਹੇ ਆ, ਲੇਕਿਨ ਉਹ ਕਰਦੇ ਕੰਮ ਇਸ ਤਰ੍ਹਾਂ ਦਾ ਵਾ ਕਿ ਜਿੰਨਾ ਕੰਮ ਕਰ ਲਿਆ ਆਪਣੇ ਨਸ਼ੇ ਜੋਗਾ ਕਰਦੇ ਆ। ਬਸ ਯਾਰ, ਇਹ ਬੜਾ ਲਮਹਾ ਫਿਕਰੀ ਹੈ, ਬਹੁਤ ਲਮਹਾ ਫਿਕਰੀ ਹੈ। ਮੈਂ ਐਸੇ ਲੜਕਿਆਂ ਨੂੰ ਜਾਣਦਾ ਜਿਹੜੇ ਸਾਡੇ ਨਾਲ ਕੰਮ ਕਰਦੇ, ਕਸ਼ਮੀਰ। ਅੱਛਾ, ਉਹਦੇ ਘਰੋਂ ਖਾਤਾ ਆ, ਉਹਦੇ ਘਰ ਵੀ ਤੇਰੀ ਮਾਂ ਬਿਮਾਰ ਆ, ਘਰ ਆਇਆ ਨਹੀਂ ਗਿਆ। ਅੱਛਾ, ਮਾਂ ਫੌਤ ਹੋ ਗਈ, ਨਹੀਂ ਗਿਆ। ਓਏ ਹੋਏ, ਉਸ ਬੰਦੇ ਨੂੰ ਅਸੀਂ ਈਦ ਵਾਲੇ ਦਿਨ ਫੈਕਟਰੀ ਦੇਖਿਆ ਸੀ, ਸਮਾਨ ਚੁੱਕਦੇ ਹੁੰਦੇ ਸੀ। ਉਹ ਬੰਦਾ ਨਾ ਕਮ ਸੇ ਕਮ 10-10 12-12 ਹਜ਼ਾਰ ਰੁਪਏ ਦੀ ਈਦ ਵਾਲੇ ਦਿਨ ਨਸ਼ਾ ਕਰਦਾ ਸੀ। ਓਏ ਹੋਏ ਹੋਏ ਹੋਏ, ਮੇਰੇ ਉਸਤਾਦ ਦੱਸਦੇ ਆ ਵੀ ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਕਰੇ, ਜਿਹਨਾਂ ਸਾਨੂੰ ਕੰਮ ਸਿਖਾਇਆ। ਕਹਿੰਦੇ ਨੇ ਉਸਤਾਦ ਨੇ ਆਪਣੇ ਹੱਥ ਵੱਢ ਕੇ ਦਿੱਤੇ। ਉਸਤਾਦ ਰਹੀਲ ਸਾਹਿਬ, ਮੇਰੇ ਉਸਤਾਦ ਤੇ ਕਈ ਹੈ, ਲੇਕਿਨ ਜਿੰਨਾ ਕੋ ਅਸੀਂ ਪਹਿਲੇ ਦਿਨ ਕੰਮ ਤੇ ਗਏ ਸੀ, ਉਹ ਉਸਤਾਦ ਰਹੀਲ ਸਾਹਿਬ। ਰਾਹੀਲ ਉੱਥੇ ਫੈਸਲਾਬਾਦ ਹੀ ਹੁੰਦੇ ਨੇ? ਫੈਸਲਾਬਾਦ। ਅੱਛਾ ਅੱਛਾ। ਤੇ ਉਹ ਦੱਸਦੇ ਸੀ ਵੀ ਇਸ ਬੰਦੇ ਨੂੰ ਨਾ ਕਮ ਸੇ ਕਮ 18-19 ਸਾਲ ਹੋ ਗਏ ਆ ਇੱਥੇ। ਜਦੋਂ ਵੇਖੀਦਾ ਈਦ ਵਾਲੇ ਦਿਨ ਵੀ ਇੱਥੇ ਹੁੰਦਾ, ਐਸੇ ਫੈਕਟਰੀ 'ਚ ਹੁੰਦਾ। ਓਏ ਹੋਏ ਹੋਏ, ਜੋ ਕਮਾਉਂਦਾ ਨਸ਼ੇ 'ਚ ਉਡਾ ਦਿੰਦਾ। ਨਸ਼ਾ ਲਾਨਤ, ਇਸ ਲਈ ਨਸ਼ਾ ਲਾਨਤ ਕਿਹਾ ਗਿਆ ਨਾ, ਇਸ ਤੋਂ ਬਚਣਾ ਚਾਹੀਦਾ। ਇਹੀ ਕਹਿਣਾ ਚਾਹਾਂਗਾ, ਲੇਬਰ ਆ ਕੋਈ ਵੀ ਬੰਦਾ ਨਾ ਨਸ਼ੇ 'ਚ ਨਾ ਵੜੇ ਬਸ।
ਅੱਛਾ ਤਲਾ ਭਾਈ, ਤੁਸੀਂ ਹੁਣ ਲਾਸਟ ਵਿੱਚ ਸਾਨੂੰ ਇਹ ਦੱਸੋ ਕਿ ਕੋਈ ਬੰਦਾ ਅਗਰ ਕਰਵਾਉਣਾ ਚਾਹੁੰਦਾ ਸੀਲਿੰਗ, ਉਹਦੇ ਵਾਸਤੇ ਕੋਈ ਟਿਪਸ ਦਿਓ ਉਹਨੂੰ, ਮਟੀਰੀਅਲ ਦੇ ਹਵਾਲੇ ਨਾਲ, ਕੰਮ ਕਰਾਉਣ ਦੇ ਹਵਾਲੇ ਨਾਲ। ਤਿੰਨ ਕਿਸਮ ਦਾ ਮਟੀਰੀਅਲ ਲੱਗਦਾ। ਅੱਛਾ। ਇੱਕ ਤਾਂ ਤੁਹਾਨੂੰ ਪਹਿਲੇ ਦੱਸਿਆ ਸੀ ਧਾਗਾ ਲੱਗਦਾ, ਦੂਸਰਾ ਸਣ ਲੱਗਦੀ ਹੈ, ਤੀਸਰਾ ਮੁੰਜ। ਅੱਛਾ। ਇਹਦੀ ਜਿਹੜੀ ਹੁੰਦੀ ਨਾ ਸ਼ੀਟ ਨੂੰ ਕਮ ਤੋਂ ਕਮ 5 ਮੁੱਠੇ ਲੱਗਣੇ ਆ। ਧਾਗਾ ਤਾਂ ਬਿਲਕੁਲ ਫੇਲ ਆਣਾ। ਜੀ ਜੀ। ਜਿਹੜੀ ਸਾਣਾ ਤੇ ਮੁੰਜ ਵਾ ਨਾ ਉਹ ਪੱਕੀ ਹੁੰਦੀ ਹੈ। ਅੱਛਾ। ਉਹ ਕੰਮ ਪੱਕਾ ਵਾ। ਤੇ ਜੋੜ ਦੇ ਉੱਤੇ ਧਾਗਾ ਲਗਾ ਦੇਣ। ਇੱਕ ਨਾਰੀਅਲ ਦੇਖਿਆ ਤੁਸੀਂ, ਉਹਦੇ ਉੱਪਰਲਾ ਛਿਲਕਾ ਜਿਹੜਾ ਹੁੰਦਾ, ਉਹਨੂੰ ਅਸੀਂ ਨਾਰੀਅਲ ਕਹਿੰਦੇ ਆ। ਅੱਛਾ। ਉਹ ਜੋੜਾਂ ਤੇ ਲਗਾਈਦਾ ਵਾ। ਬਸ ਉਹ ਲੱਗਿਆ ਹੋਵੇ ਤੇ ਇਹ ਪੱਕਾ ਹੀ ਆ ਕੰਮ। ਧਾਗੇ ਵਾਲੀ ਛੱਤ ਹੈ ਮਜ਼ਬੂਤ ਆ, ਲੇਕਿਨ ਨਾ ਉਹਦਾ ਇਹ ਪਤਾ ਕੋਈ ਨਹੀਂ ਕਿਸ ਟਾਈਮ ਗਿਰ ਜਾਵੇ। ਅੱਛਾ ਅੱਛਾ। ਆਪਣਾ ਇਹ ਦੱਸੋ ਆਪਣਾ ਤਲਹਾ ਬਈ, ਕਦੇ ਜਿਸ ਤਰ੍ਹਾਂ ਦਰਜੀ ਭੁੱਲ ਜਾਂਦਾ ਹੈ, ਗਲਤੀ ਕਰ ਲੈਂਦਾ, ਉਹਨੂੰ ਡਿਜ਼ਾਈਨ 'ਚ ਬਦਲ ਦਿੰਦਾ ਹੈ, ਕਦੇ ਇਸ ਤਰ੍ਹਾਂ ਹੋਇਆ ਗਲਤ ਕੰਮ ਹੋਇਆ ਹੋਵੇ ਤੇ ਮਾਲਕ ਨੂੰ ਪਤਾ ਲੱਗ ਗਿਆ ਹੋਵੇ ਤੇ ਸ਼ਰਮਿੰਦਗੀ ਦਾ ਸਾਹਮਣਾ ਕੋਈ ਇਸ ਤਰ੍ਹਾਂ ਦਾ ਕਦੇ ਵਾਕਿਆ ਪੇਸ਼ ਆਇਆ ਹੋਵੇ? ਹੋ ਜਾਂਦੇ ਅਕਸਰ ਵਾਕਿਆ। ਸਾਡੇ ਨਾ ਅਸਲ ਡਿਜ਼ਾਈਨ ਸਾਡੇ ਕੰਮ 'ਚ ਨਾ ਇਹ ਵਾਕਿਆ ਘੱਟ ਹੁੰਦੇ ਆ। ਉਹਦੀ ਵਜ੍ਹਾ ਇਹ ਆ, ਮਾਲਕ ਸਾਨੂੰ ਡਿਜ਼ਾਈਨ ਦੱਸ ਦਿੰਦਾ, ਅਸੀਂ ਉਹ ਡਿਜ਼ਾਈਨ ਬਣਾਉਣਾ ਹੁੰਦਾ। ਅੱਛਾ। ਕਿਸੇ ਕਿਸਮ ਦਾ ਡਿਜ਼ਾਈਨ ਦੇ ਦੇਣ ਤੁਸੀਂ ਬਣਾ ਲੈਂਦੇ ਹੋ? ਅਲਹਮਦੁਲਿਲਾ, ਅੱਲਾਹ ਪਾਕ ਦਾ ਸ਼ੁਕਰ। ਤੁਸੀਂ ਆਪਣੀ ਕਹੋਗੇ ਨਾ ਸ਼ਕਲ ਬਣਾ ਦਿਓ, ਉਹ ਵੀ ਮੈਂ ਬਣਾ ਦਾਂਗਾ। ਅੱਛਾ। ਹਰ ਸ਼ੈ ਤਾਂ ਇਹ ਫਿਰ ਸਾਰਾ ਤੁਸੀਂ ਉਹਦੇ ਕੋਈ ਸਾਂਚੇ ਰੱਖੇ ਹੁੰਦੇ ਨੇ, ਕੋਈ ਕਿਸ ਚੀਜ਼ ਤੋਂ ਮਦਦ ਲੈਂਦੇ ਹੋ? ਜ਼ਿਆਦਾ ਦੀ ਹੱਥ ਨਾਲ ਡਿਜ਼ਾਈਨਿੰਗ ਕਰਦੇ ਆ। ਤਸਵੀਰ ਵੀ ਹੱਥ ਨਾਲ ਬਣਾ ਲਓਗੇ? ਨਹੀਂ, ਉਹਦੇ ਵਾਸਤੇ ਡਾਈ ਬਣਵਾਉਣੀ ਪੈਣੀ। ਅੱਛਾ। ਕਿਉਂਕਿ ਤਸਵੀਰ ਹੱਥ ਨਾਲ ਨਹੀਂ ਬਣ ਸਕਦੀ। ਉਹ ਜਿਹੜੀ ਸ਼ੈ ਡਾਊਨ ਗੁਲਾਈ 'ਚ ਆ ਗਈ, ਮਤਲਬ ਕੋਈ ਚੀਜ਼ ਚੌਰਸ ਹੋਵੇ ਉਹ ਤੇ ਬਣ ਜਾਂਦੀ ਆ, ਅਪ ਡਾਊਨ। ਗੁਲਾਈ 'ਚ ਕੁਛ ਆ ਜਾਂਦਾ ਆ ਤੇ ਉਹਦੇ ਵਾਸਤੇ ਨਾ ਡਾਈ ਬਣਵਾਉਣੀ ਪੈਣੀ। ਅੱਛਾ ਅੱਛਾ ਅੱਛਾ। ਉਹ ਡਾਈ ਫਿੱਟ ਕਰਨੀ, ਫਿਰ ਪੀਸ ਵਿੱਚ ਬਣਾ ਕੇ ਉਹ ਪੀਸ ਛੱਤ ਨਾਲ ਫਿੱਟ ਕਰ ਦੇਣਾ। ਅੱਛਾ। ਕਮਰੇ ਦੇ ਹਿਸਾਬ ਨਾਲ। ਠੀਕ ਹੈ। ਕੰਮ ਤੋਂ ਕੰਮ ਤੁਸੀਂ ਕੰਮ ਕਿੰਨਾ ਕੁ ਕੀਤਾ ਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਿੰਨਾ ਕੀਤਾ? ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਜਿਹੜਾ ਹੁਣ ਮੇਰਾ ਮੁਕੰਮਲ ਹੋਇਆ ਨਾ ਉਹ ਕੀਤਾ। ਅੱਛਾ। ਕਿੰਨਾ ਸੀ ਆਪਣਾ? ਉਹ ਮੇਰਾ ਹੈਗਾ ਸੀ 83,000 ਰੁਪਏ ਦਾ ਬਣਿਆ ਸੀ। ਅੱਛਾ। ਉਹਨੂੰ ਮੇਰੇ 22 ਦਿਨ ਲੱਗੇ। ਕਮਰੇ ਕਿੰਨੇ ਸੀ? ਮਸਜਿਦ ਦਾ ਕੰਮ ਸੀ। ਅੱਛਾ ਅੱਛਾ ਅੱਛਾ। ਕਿਹੜੀ ਜਗ੍ਹਾ? ਉਹ ਬਾਵਾ ਚੱਕ, ਫੈਸਲਾਬਾਦ ਬਾਵਾ ਚੱਕ, ਸਰਗੋਦਾ ਰੋਡ ਦੇ ਉੱਪਰ ਨੂਰਾਨੀ ਮਸਜਿਦ ਹੈ। ਤਲਹਾ ਤੁਸੀਂ ਕੰਮ ਆਪਣੇ ਹੀ ਸ਼ਹਿਰ 'ਚ ਕਰਦੇ ਹੋ ਜਾਂ ਆਊਟ ਆਫ ਸਿਟੀ ਵੀ ਇਤਫਾਕ ਹੁੰਦਾ ਕਰਨ ਦਾ? ਅਲਹਮਦੁਲਿਲਾ, ਅੱਲਾਹ ਪਾਕ ਦਾ ਸ਼ੁਕਰ ਹੈ। ਮੈਂ ਮਰੀ ਗਿਆ, ਹਰੀਪੁਰ ਗਿਆ ਤੇ ਫੈਸਲਾਬਾਦ ਤਕਰੀਬਨ ਕੋਈ ਐਸਾ ਇਲਾਕਾ, ਕੋਈ ਐਸਾ ਮੁਹੱਲਾ ਨਹੀਂ ਜਿੱਥੇ ਨਾ ਕੀਤਾ ਹੋਵੇ। ਤੇ ਜਿਸ ਜਗ੍ਹਾ ਤੇ ਸਾਡਾ ਫੈਕਟਰੀ ਹੈ, ਸਾਡਾ ਕੰਮ ਸ਼ੁਰੂ ਹੋਇਆ, ਉੱਥੇ ਕੋਈ ਗਲੀ ਨਹੀਂ ਐਸੀ ਜਿੱਥੇ ਨਾ ਕੰਮ ਕੀਤਾ ਹੋਵੇ। ਤਲਾ ਤੂੰ ਮਾਸ਼ਾਅੱਲਾ ਜ਼ਿੰਦਾ ਦਿਲ ਬੰਦਾ ਹੈ, ਹंसी मजाक ਵੀ ਕਰਦਾ ਹੈ, ਉਹ ਜ਼ਬਾਨ ਜ਼ਦੇ ਆਮ ਹੈ। बीवी ਨੂੰ ਵੀ ਮਾਸ਼ਾਅੱਲਾ ਤੂੰ ਖੁਸ਼ ਰੱਖਦਾ ਹੋਏਗਾ, ਤੇਰੇ ਨਾਲ ਬੜੀ ਖੁਸ਼ ਰਹਿੰਦੀ ਹੋਗੀ ਤੇ ਗੱਪਾਂ ਛੱਪਾਂ ਤੇਰੀਆਂ। ਇਹ ਦੱਸ ਬਈ, ਕੰਮ ਦੇ ਦੌਰਾਨ ਕਿ ਮਾਲਿਕ ਮਕਾਨ ਨੂੰ ਜੁਗਤ ਮਾਰੀ ਹੋਵੇ, ਉਹ ਨਾਰਾਜ਼ ਹੋਇਆ ਕਦੇ ਹੋਇਆ ਐਸਾ? ਤੁਸੀਂ ਇਹ ਸਵਾਲ ਤੇ ਮੈਨੂੰ ਤਾਂ ਪੁੱਛੋ ਜੇ ਮੈਂ ਫੈਸਲਾਬਾਦ ਦਾ ਨਾਮ ਆ। ਅੱਛਾ। ਫੈਸਲਾਬਾਦ ਦੇ ਅੰਦਰ ਇਹ ਚੀਜ਼ ਆਮ ਚੱਲਦੀ ਆ। ਅੱਛਾ। ਮਾਲਕ ਤੇ ਕੀ, ਮਾਲਕ ਨਾਲ ਤੇ ਅਸੀਂ 2-3 ਦਿਨ ਰਹਿਣਾ ਵਾ। ਹਾਂ। ਉਹਨੂੰ ਤੇ ਵੱਜਣੀਆਂ ਵੱਜਣੀਆਂ ਜੁਗਤਾਂ। ਇੱਥੇ ਰਾਹ ਜਾਂਦਾ ਬੰਦਾ ਨਹੀਂ ਛੱਡੀਦਾ। ਕਦੇ ਐਸਾ ਹੋਇਆ ਹੋਵੇ ਜੁਗਤ ਨਾਲ ਕੋਈ ਨਾ ਖੁਸ਼ਗਵਾਰ ਵਾਕਿਆ ਪੇਸ਼ ਆਇਆ ਹੋਵੇ? ਨਹੀਂ, ਫੈਸਲਾਬਾਦ ਦੇ ਜਿਹੜੇ ਬੰਦੇ ਆ ਨਾ, ਬਾਹਰਲੇ ਸ਼ਹਿਰ 'ਚ ਹੋ ਜਾਂਦਾ, ਫੈਸਲਾਬਾਦ ਦੇ ਬੰਦੇ ਜੁਗਤ ਨਾਲ ਜਵਾਬ ਦਿੰਦੇ ਆ। ਅੱਛਾ। ਕਿੰਨੇ % ਤੁਸੀਂ ਸਮਝਦੇ ਹੋ ਕਿ ਫੈਸਲਾਬਾਦ ਦੇ ਕਿੰਨੇ % ਲੋਕ ਜੁਗਤਾਂ ਮਾਰਦੇ ਨੇ? 100% ਲੋਕ ਜੁਗਤਾਂ ਮਾਰਦੇ, ਸਿਰ ਬੱਚੇ ਨਹੀਂ ਮਾਰਨ। ਅੱਛਾ ਅੱਛਾ। ਬੱਚੇ ਨੂੰ ਹਲੇ ਸਮਝ ਨਹੀਂ? ਬੱਚਾ ਜੁਗਤ ਮਾਰਦਾ। ਅੱਛਾ। ਸਿਆਣਾ ਬੰਦਾ ਨਹੀਂ ਉਹ ਗੱਲ ਕਰ ਸਕਦਾ ਜੀ, ਬੱਚਾ ਕਰ ਜਾਂਦਾ। ਤੇ ਕੀ ਖਿਆਲ ਹੈ, ਜੁਗਤਾਂ ਸਿੱਖਦੇ ਜਾਂ ਕੁਦਰਤੀ ਤੌਰ ਤੇ ਮਤਲਬ ਹੁੰਦਾ ਹੈ ਇਹ ਸਲਾਹੀਅਤ? ਇਹ ਨਹੀਂ ਸਾਨੂੰ ਪਤਾ ਚੱਲਿਆ ਅਜੇ ਤੱਕ। ਅੱਛਾ। ਬਸ ਆਪੇ ਹੀ ਆਮਦ ਹੋ ਜਾਂਦੀ। ਅੱਛਾ 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 ਅੱਛਾ। ਕੋਈ ਤੇਰੇ ਨਾਲ ਕਿਸੇ ਨੇ ਜੁਗਤ ਮਾਰੀ ਹੋਵੇ, ਕੋਈ ਯਾਦ ਹੋਵੇ? ਮੇਰੇ ਨਾਲ ਤੇ ਕੋਈ ਨਹੀਂ। ਤੈਨੂੰ ਮਜ਼ਾ ਆਇਆ ਹੋਵੇ? ਯਾਦ ਨਹੀਂ, ਮਾਰਦੇ ਲਈ ਇੱਕ ਦੂਸਰੇ ਨੂੰ ਆਪਣੀ ਨਾਲੇ। ਜਿਹੜਾ ਅਗਲਾ ਬੰਦਾ ਬੇਇੱਜ਼ਤੀ ਕਰਦਾ ਉਹ ਕੋਈ ਨਹੀਂ ਦੱਸਦਾ ਹੁੰਦਾ। ਅੱਛਾ। ਇਹਦਾ ਮਤਲਬ ਹੋਈ ਹੈ ਤੂੰ ਦੱਸਦਾ ਨਹੀਂ? ਹਾਂਜੀ। ਅਗਲੇ ਦੀ ਗਲਤੀ ਦੱਸ ਦਿੰਦੇ ਆ, ਆਪਣੀ ਗਲਤੀ ਕੋਈ ਨਹੀਂ ਦੱਸਦਾ ਹੁੰਦਾ। ਹਾਂਜੀ ਜੀ। ਮੁਹੰਮਦ ਤਲਹਾ ਅੰਸਾਰੀ ਅੱਜ ਸਾਡੇ ਨਾਲ ਗੁਫ਼ਤਗੂ ਕਰ ਰਹੇ ਸਨ। ਮੈਂ ਇਹਨਾਂ ਦਾ ਇੰਤਹਾਈ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਨੂੰ ਟਾਈਮ ਦਿੱਤਾ। ਇਹਨਾਂ ਨੇ ਸੀਲਿੰਗ ਦੇ ਹਵਾਲੇ ਨਾਲ ਸਾਡੇ ਨਾਲ ਗੁਫ਼ਤਗੂ ਕੀਤੀ ਔਰ ਆਖਿਰ ਤੇ ਇਹਨਾਂ ਨੇ ਜਦ ਮਾਸ਼ਾਅੱਲਾ ਜ਼ਿੰਦਾ ਦਿਲ ਆਦਮੀ ਨੇ ਜੁਗਤਾਂ ਦੇ ਹਵਾਲੇ ਨਾਲ। ਇਹਨਾਂ ਦੀ ਬੇਇੱਜ਼ਤੀ ਤਾਂ ਕਾਫੀ ਹੋਈ ਹੈ ਲੇਕਿਨ ਦੱਸਿਆ ਨਹੀਂ ਇਹਨਾਂ ਨੇ ਸਾਨੂੰ। ਇਸ ਦੇ ਨਾਲ ਹੀ अपने मेज़बान अब्दुल जब्बार अंसारी और मेरे मुअज़्ज़ज़ मेहमान मोहम्मद तलहा अंसारी को इजाज़त दो। अल्लाह हाफिज़।